Hello everyone, good evening. Here is Manisha Tandon. Welcome back to our official YouTube channel Gills Mentor online e-learning platform. To get all recent notification, right now subscribe this channel and do not forget the press bell icon. ਗਾਇਜ਼ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਡੇਲੀ ਹੀ ਕੰਪਿਊਟਰ ਕ੍ਰੈਸ਼ ਕੋਰਸ ਲੈ ਕੇ ਆਉਂਦੇ ਹਾਂ। ਠੀਕ ਹੈ, ਜਿਹੜਾ ਸਾਡਾ ਕੋਰਸ ਚੱਲ ਰਿਹਾ ਹੈ ਆਪਾਂ 550 ਕੁਐਸਚਨ ਜਿਹੜੇ ਨੇ ਕੰਪਲੀਟ ਕਰ ਲਏ ਹੋਏ ਨੇ। 550 ਕੁਐਸਚਨ ਦੈਟ ਮੀਨ ਕਿ 23 ਪਾਰਟਸ। ਠੀਕ ਹੈ, 23 ਪਾਰਟ ਵਿੱਚ ਆਪਾਂ ਵਿਦ ਐਕਸਪਲੇਨੇਸ਼ਨ ਜਿਹੜੇ ਨੇ 550 ਕੁਐਸਚਨ ਕੰਪਲੀਟ ਕਰ ਲਏ ਹੋਏ ਨੇ। ਜਿੰਨੇ ਵੀ ਆਉਣ ਵਾਲੇ ਐਗਜ਼ਾਮ ਨੇ ਲਾਈਕ PSPCL ਦਾ, ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਫਾਰਮ ਫਿਲ ਕੀਤੇ ਜਾ ਰਹੇ ਨੇ। ਠੀਕ ਹੈ, ਅਤੇ ਆਪਾਂ ਇਹ ਫਾਰਮ ਲਈ ਜਿੰਨੇ ਵੀ ਆਪਾਂ ਸੈਸ਼ਨ ਦੇਖ ਰਹੇ ਨੇ ਡੇਲੀ, ਜਿੰਨੇ ਵੀ ਆਪਾਂ ਸੈਸ਼ਨ ਲਾਈਵ ਸੈਸ਼ਨ ਦੇਖਦੇ ਹਾਂ ਸਾਡੇ ਲਈ ਬਹੁਤ ਹੀ ਬੈਨੀਫਿਸ਼ੀਅਲ ਰਹਿਣ ਵਾਲੇ ਨੇ, ਬਹੁਤ ਹੀ ਇੰਪੋਰਟੈਂਟ ਸੈਸ਼ਨ ਰਹਿਣ ਵਾਲੇ ਨੇ ਜਿੰਨੇ ਕੁਐਸਚਨ ਕਰਵਾਏ ਜਾਂਦੇ ਨੇ। ਗਾਇਸ ਅੱਜ ਮੈਂ ਤੁਹਾਨੂੰ ਕਰਵਾਵਾਂਗੀ ਪੰਜਾਬ ਗੌਰਮੈਂਟ ਦੇ ਸਾਰੇ ਐਗਜ਼ਾਮ ਦੀ ਤਿਆਰੀ ਲਈ ਕੰਪਿਊਟਰ ਦੇ ਪ੍ਰੀਵੀਅਸ ਕੁਐਸਚਨਾਂ ਵਿੱਚੋਂ ਕੁਐਸਚਨ ਜੋ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ। ਅਤੇ ਅੱਜ ਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਅਤੇ ਇਸ ਨੂੰ ਜੁਆਇਨ ਕਰਕੇ ਫ੍ਰੀ ਵਿੱਚ ਤਿਆਰੀ ਕਰ ਸਕਣ। ਗਾਇਸ ਜਿਵੇਂ ਮੈਂ ਦੱਸ ਦੇਵਾਂ ਤੁਹਾਨੂੰ, ਜਿੰਨੇ ਵੀ ਆਪਾਂ ਕੁਐਸਚਨ ਲਏ ਗਏ ਨੇ ਮਲਟੀ ਚੋਇਸ ਕੁਐਸਚਨਸ ਨੇ। ਅਤੇ ਗਾਇਸ ਅੱਜ ਆਪਾਂ ਕਰਾਂਗੇ 24th ਪਾਰਟ, ਜਿਸ ਵਿੱਚ ਆਪਾਂ ਨੈਕਸਟ 25 ਕੁਐਸਚਨ ਕਰਨ ਜਾ ਰਹੇ ਹਾਂ। ਸਾਡਾ ਟਾਰਗੇਟ ਰਹੇਗਾ ਗਾਇਜ਼ 2000 ਕੁਐਸਚਨਸ ਦਾ। ਠੀਕ ਹੈ, 2000 ਕੁਐਸਚਨਸ ਆਪਾਂ ਕੰਪਲੀਟ ਕਰ ਲੈਣੇ ਨੇ, ਅਬਵ ਟੂ 2000 ਕੁਐਸਚਨ। ਠੀਕ ਹੈ, ਅਤੇ ਬਹੁਤ ਹੀ ਮਤਲਬ ਇੱਦਾਂ ਦੇ ਕੁਐਸਚਨ ਜਿਹੜੇ ਕਿ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਤੁਹਾਨੂੰ। ਜਿੰਨੇ ਵੀ MS ਐਕਸਲ, ਵਰਡ, ਪਾਵਰ ਪੁਆਇੰਟ ਹੈ ਨਾ, ਜਿੱਦਾਂ ਕਹਿ ਸਕਦੇ ਹਾਂ ਬੇਸਿਕ ਦੇ ਕੁਐਸਚਨ ਕਹਿ ਸਕਦੇ ਹਾਂ। ਠੀਕ ਹੈ, IT ਦੇ ਕੁਐਸਚਨ, ਜਿੰਨੇ ਵੀ ਸਾਡੀ ਟੈਕਨੋਲੋਜੀ, ਕੰਪਿਊਟਰ ਕੀ ਇੱਕ ਟੈਕਨੋਲੋਜੀ ਹੈ ਨਾ, ਲੇਟੈਸਟ ਟੈਕਨੋਲੋਜੀ ਤੋਂ ਲੈ ਕੇ ਜਿਹੜੀ ਸਾਡੀ ਜਨਰੇਸ਼ਨਸ ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਨੋਲੋਜੀ ਚੱਲ ਰਹੀ ਹੈ, ਡੇਲੀ ਅਪ ਟੂ ਡੇਟ ਹੁੰਦੇ ਰਹਿੰਦੇ ਨੇ। ਠੀਕ ਹੈ, ਅਤੇ ਆਪਾਂ ਇਸ ਦੀ ਪੂਰੀ ਨੌਲੇਜ ਰੱਖਣੀ ਹੈ, ਨਾਲ ਨਾਲ ਆਪਾਂ ਬੇਸਿਕ ਵੀ ਕਲੀਅਰ ਕਰਨਾ ਹੈ। ਠੀਕ ਹੈ, ਚਲਦੇ ਹਾਂ ਅੱਜ ਦੇ ਕੁਐਸਚਨ 'ਤੇ ਗਾਈਜ਼। ਜਲਦੀ ਤੋਂ ਜਲਦੀ ਸੈਸ਼ਨ ਨੂੰ ਕੀ ਕਰ ਦਿਓ, ਸ਼ੇਅਰ ਕਰ ਦਿਓ। ਗਾਈਜ਼ ਜਿੰਨੇ ਵੀ ਆਉਣ ਵਾਲੇ ਨੇ ਐਗਜ਼ਾਮ ਦੇ ਲਾਈਕ PSPCL, PPSC, PSSSB, FCI, SSC, ਬੈਂਕਿੰਗ ਲੈਵਲ ਕਹਿ ਲਓ ਜਾਂ ਮਤਲਬ ਸੈਂਟਰ ਲੈਵਲ ਦਾ। ਠੀਕ ਹੈ, ਜਾਂ ਸਟੇਟ ਲੈਵਲ ਦਾ, ਸਾਰੇ ਪੇਪਰਾਂ ਲਈ ਸਾਡਾ ਜਿਹੜਾ ਹੈ ਸੈਸ਼ਨ ਬਹੁਤ ਇੰਪੋਰਟੈਂਟ ਰਹਿਣ ਵਾਲੇ ਨੇ। ਜਿੰਨੇ ਆਪਾਂ ਸੈਸ਼ਨ ਡੇਲੀ ਕਰਦੇ ਹਾਂ ਅਤੇ ਕੋਈ ਸੈਸ਼ਨ ਨੂੰ ਸਕਿਪ ਨਹੀਂ ਕਰਨਾ ਹੈ। ਠੀਕ ਹੈ, ਚਲਦੇ ਹਾਂ ਅੱਜ ਦੇ ਫਸਟ ਕੁਐਸਚਨ 'ਤੇ। Microsoft Access and Corel Paradox are both examples of which type of software? ਜਿਹੜਾ ਸਾਡਾ Microsoft Access ਹੈ ਅਤੇ Corel Paradox ਹੈ ਨਾ, ਇਹ ਕਿਸ ਦੀਆਂ ਐਗਜ਼ਾਮਪਲਸ ਨੇ, ਕਿਸ ਟਾਈਪ ਦੇ ਸੋਫਟਵੇਅਰ ਨੇ ਜਾਂ ਕਿਸ ਦੀਆਂ ਐਗਜ਼ਾਮਪਲਸ ਨੇ। ਅਤੇ ਅਸੀਂ ਕਹਿ ਸਕਦੇ ਹਾਂ ਕਿਸ ਦੀ ਐਗਜ਼ਾਮਪਲ ਹੈ। ਗਾਈਜ਼ ਮੈਂ ਹਰੇਕ ਕੁਐਸਚਨ ਨੂੰ ਸਟੇਟਮੈਂਟ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ 2 and 3 ਸੈਕਿੰਡ ਦਾ ਟਾਈਮ ਦੇਵਾਂਗੀ। ਤੁਸੀਂ ਮੈਨੂੰ ਫਟਾਫਟ ਆਨਸਰ ਕਮੈਂਟ ਕਰਕੇ ਦੱਸਣਾ ਹੈ। Yes, is the correct answer is relational database system. B option is the correct answer. ठीक है, relational database system। ਦੇਖੋ ਮਾਈਕਰੋਸੋਫਟ ਵਿੱਚ ਆਪਾਂ ਮਤਲਬ ਅਸੈਸ ਵਿੱਚ ਕੀ ਕਰ ਸਕਦੇ ਹਾਂ, ਦੇਖੋ ਡਾਟਾਬੇਸ ਬਣਾਉਣ ਦੇ ਕੰਮ ਆਉਂਦਾ ਹੈ। ਦੈਨ MySQL ਵੀ ਕਹਿ ਸਕਦੇ ਹਾਂ, ਇਸ ਦੀ ਐਗਜ਼ਾਮਪਲ ਹੈ ਕਿਸ ਦੀ, ਰਿਲੇਸ਼ਨਲ ਡਾਟਾਬੇਸ ਦੀ, Oracle। ਠੀਕ ਹੈ, Corel Paradox ਵੀ ਇਸ ਦੀ ਐਗਜ਼ਾਮਪਲ ਹੈ। ਠੀਕ ਹੈ, ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਬਹੁਤ ਧਿਆਨ ਨਾਲ ਸਟੇਟਮੈਂਟ ਪੜ੍ਹ ਲੈਣੀ ਹੈ, ਦੈਨ ਆਨਸਰ ਕਮੈਂਟ ਕਰਨਾ ਹੈ। What would you need to establish if you want to ensure that the key in one database table was the same as the key in another database table? ਸਮਝ ਗਏ ਸਟੇਟਮੈਂਟ? ਸਾਨੂੰ ਮਤਲਬ ਕੀ ਇਸਟੈਬਲਿਸ਼ ਕਰਨ ਦੀ ਜ਼ਰੂਰਤ ਹੋਏਗੀ ਜੇਕਰ ਆਪਾਂ ਕਿਸੇ ਇੱਕ ਡਾਟਾਬੇਸ ਟੇਬਲ ਦੀ ਕੀ ਨੂੰ ਕਿਸੇ ਦੂਸਰੇ ਸੇਮ ਐਜ਼ ਦੀ ਕੀਜ਼ ਦੇ ਅਨਦਰ ਡਾਟਾਬੇਸ ਟੇਬਲ ਬਣਾਉਣਾ ਹੈ। ਠੀਕ ਹੈ, ਤਾਂ ਸਾਨੂੰ ਕੀ ਇਸਟੈਬਲਿਸ਼ ਕਰਨਾ ਪਏਗਾ। ਹਾਂਜੀ, ਜੇਕਰ ਤੁਸੀਂ ਪਹਿਲੇ ਕੁਐਸਚਨਸ ਕੀਤੇ ਹੋਏ ਨੇ ਤੁਹਾਡੇ ਲਈ ਇੱਕ ਰਿਵੀਜ਼ਨ ਹੋ ਗਈ, ਅਗਰ ਨਹੀਂ ਕੀਤੇ ਹੈ ਤੁਹਾਡੇ ਲਈ ਨਵਾਂ ਇੱਕ ਕੰਸੈਪਟ ਹੋ ਗਿਆ ਨਾ। ਅਤੇ ਕੋਈ ਕੁਐਸਚਨ ਨੂੰ ਸਕਿਪ ਨਹੀਂ ਕਰਨਾ ਹੈ, ਬਹੁਤ ਹੀ ਆਰਾਮ ਨਾਲ ਆਪਾਂ ਸੈਸ਼ਨ ਨੂੰ ਕੰਪਲੀਟ ਕਰਨਾ ਹੈ ਵਿਦ ਐਕਸਪਲੇਨੇਸ਼ਨ। ਇਜ਼ ਦਾ C option is the correct answer, referential integrity। देख लो, referential integrity needs to establish if you want to ensure that the keys one database tables was the same as key in another database table। ठीक है, सानू referential integrity ਦੀ ਜ਼ਰੂਰਤ ਪਏਗੀ ਇਸਟੈਬਲਿਸ਼ ਕਰਨੇ ਦੀ ਜੇਕਰ ਆਪਾਂ ਕੀ ਕਰਨਾ ਚਾਹੁੰਦੇ ਹਾਂ, ਕਿਸੇ ਇੱਕ ਟੇਬਲ ਦੀ ਸੇਮ ਕੀ ਨੂੰ ਦੂਸਰੇ ਟੇਬਲ ਦੀ ਕੀ ਬਣਾਉਣਾ ਚਾਹੁੰਦੇ ਹਾਂ।
नेक्स्ट क्वेश्चन देख लो गाइस, टू स्टॉप अनऑथराइज्ड एक्सेस टू द कंप्यूटर सिस्टम वी शुड डैश। 5 ऑप्शन दिते ने, सही आंसर नु कमेंट करन दी कोशिश करो। यस इज द करेक्ट आंसर इज बी ऑप्शन, हैव ए गुड पासवर्ड पॉलिसी। जेकर ਆਪਾਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਅਨऑथराइज्ड ਯੂਜ਼ਰਸ ਨੇ ਉਹ ਅਸੈਸ ਨਾ ਕਰ ਪਾਣ ਕਿਸ ਨੂੰ, ਇਸ ਨੂੰ ਸਟਾਪ ਕਰਨਾ ਚਾਹੁੰਦੇ ਹਾਂ ਕਿਸ ਨੂੰ, ਸਾਡੇ ਕੰਪਿਊਟਰ ਸਿਸਟਮ ਨੂੰ, ਤਾਂ ਸਾਨੂੰ ਕੀ ਕਰਨਾ ਪਏਗਾ, ਵੀ ਹੈਵ ਸ਼ੁੱਡ ਗੁੱਡ ਪॉलिसी किस दी, पासवर्ड दी, है ना, पासवर्ड सेट करना पड़ेगा। नेक्स्ट क्वेश्चन है, व्हेन ए की इज प्रेस्ड ऑन द कीबोर्ड which standard is used for converting the keystroke into the corresponding bits dash। मतलब ਜਦੋਂ ਆਪਾਂ ਕਿਸੇ ਕੀ ਨੂੰ ਕੀ ਕਰਦੇ ਆ, ਪ੍ਰੈਸ ਕਰਦੇ ਆ ਕੀਬੋਰਡ ਤੇ ਨਾ, ਵਿੱਚ ਸਟੈਂਡਰਡ ਕਿਸ ਤਰ੍ਹਾਂ ਦਾ ਜਿਹੜਾ ਸਟੈਂਡਰਡ ਆਪਾਂ ਯੂਜ਼ ਕਰਦੇ ਜਿਹੜਾ ਸਾਡੀ ਕੀ ਸਟ੍ਰੋਕ ਨੂੰ ਕੀ ਕਰ ਦਿੰਦਾ, ਕਨਵਰਟ ਕਰ ਦਿੰਦਾ ਕਿਸੇ ਬਿਟ ਵਿੱਚ, ਤੇ ਉਸ ਸਟੈਂਡਰਡ ਨੂੰ ਆਪਾਂ ਕੀ ਕਹਿ ਦਿੰਦੇ ਆ ਗਾਇਸ, that is called, ਗੈਸ ਕਰੋ, ਬਹੁਤ ਈਜ਼ੀ ਕੁਐਸਚਨ ਹੈ, ANSI। ANSI ਦੀ ਫੁੱਲ ਫਾਰਮ ਲਿਖ ਕੇ ਦੱਸੋ ਮੈਨੂੰ, ASCII ਦੀ ਫੁੱਲ ਫਾਰਮ ਲਿਖ ਕੇ ਵੀ ਦੱਸੋ, AVEDIC ਦੀ ਫੁੱਲ ਫਾਰਮ ਵੀ ਲਿਖ ਕੇ ਦੱਸੋ, IS ਦੀ ਫੁੱਲ ਫਾਰਮ ਵੀ ਲਿਖ ਕੇ ਦੱਸੋ। ਠੀਕ ਹੈ, ਚਾਰਾਂ ਦੀ ਫੁੱਲ ਫਾਰਮ ਤੁਹਾਨੂੰ ਆਣੀ ਚਾਹੀਦੀ ਹੈ। ਜੇ ਕਾफ़ी ਵਾਰ ਮੈਂ ਰਿਪੀਟ ਕਰ ਚੁੱਕੀ ਹਾਂ ਇੱਦਾਂ ਦੀਆਂ ਫੁੱਲ ਫਾਰਮਸ ਹੈ ਨਾ, ਲਾਸਟ ਵੀਡੀਓ ਵਿੱਚ ਆਪਾਂ ਕਾफ़ੀ ਕੁਐਸਚਨ ਜਿਹੜੇ ਨੇ ਅੱਜ ਦੇ ਕੁਐਸਚਨ ਮਿਲਾ ਕੇ 575 ਕੁਐਸਚਨ मतलब 600 ਕੁਐਸਚਨ ਸਾਡੇ ਕੰਪਲੀਟ ਹੋ ਜਾਣਗੇ। ਪਹਿਲੇ ਲਾਸਟ ਵੀਡੀਓ ਵਿੱਚ ਆਪਾਂ ਐਕੂਰੇਟ 800 ਕੁਐਸਚਨ ਕੀਤੇ ਨੇ। ਠੀਕ ਹੈ, ਤੇ ਬਾਕੀ ਜਿਹੜੇ ਨੇ ਸਰ ਦੇ ਵੀਡੀਓ ਸਰ ਨੇ ਕਰਵਾਏ ਹੋਏ ਨੇ ਕੁਝ ਕੁਐਸਚਨਸ। ਠੀਕ ਹੈ, ਅਬਵ ਟੂ 2000 ਕੁਐਸਚਨਸ ਉਹ ਵੀ ਨੇ, ਤੇ ਮਤਲਬ ਲਗਾ ਕੇ ਕੋਈ 3-4 ਹਜ਼ਾਰ ਕੁਐਸਚਨ ਅੱਜ ਤੱਕ ਆਪਾਂ ਕਰ ਚੁੱਕੇ ਹਾਂ ਵਿਦ ਬੇਸਿਕ ਵਿਦ ਐਕਸਪਲੇਨੇਸ਼ਨ, ਹੈ ਨਾ। ਤੇ ਜਿਹੜੇ ਸਟੂਡੈਂਟ ਨਵੇਂ ਜੁੜੇ ਨੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਦੈਨ ਸ਼ੇਅਰ ਕਰ ਦਿਓ, ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਲੈਕਚਰ। ਦੇਖੋ ਜਦੋਂ ਆਪਾਂ ਕੀਬੋਰਡ ਤੋਂ ਕੋਈ ਕਿਸੇ ਵੀ ਕੀ ਨੂੰ ਪ੍ਰੈਸ ਕਰਦੇ ਹਾਂ, ਠੀਕ ਹੈ, ਤੇ ਸਾਡਾ ਜਿਹੜਾ ਕੀ ਮਤਲਬ ਕੰਪਿਊਟਰ ਹੈ ਇਸ ਨੂੰ ਅੰਡਰਸਟੈਂਡ ਕਰ ਪਾਉਂਦਾ ਹੈ, ਨਹੀਂ ਨਾ ਕਰ ਪਾਉਂਦਾ। ਠੀਕ ਹੈ, ਤੇ ਕਿਸ ਤਰ੍ਹਾਂ ਦੀ ਲੈਂਗੁਏਜ ਨੂੰ ਸਮਝਦਾ ਹੈ ਪਤਾ ਹੀ ਹੈ ਸਭ ਨੂੰ, ਬਾਈਨਰੀ ਕੋਡ ਹੈ ਨਾ, ਸਾਡੀ ਮਸ਼ੀਨ ਲੈਂਗੁਏਜ ਕਨਵਰਟ ਹੁੰਦੀ ਹੈ। ਤੇ ਕੁਛ ਸਟੈਂਡਰਡ ਨੇ ਜਿਹੜੇ ਯੂਜ਼ ਕਰਦੇ ਨੇ ਕਿਸ ਨੂੰ ਕੀ ਕਰਨੇ ਲਈ, ਕਨਵਰਟ ਕਰਨ ਲਈ, ਜਿਹੜੇ ਆਪਾਂ ਕੀ ਨੂੰ ਪ੍ਰੈਸ ਕਰ ਲਿਆ ਕੀ ਸਟ੍ਰੋਕ ਨੂੰ ਕਨਵਰਟ ਕਰਦੇ ਕਿਸੇ ਕੋਰਸਪੋਂਡਿੰਗ ਬੀਟਸ ਵਿੱਚ, ਹੈ ਨਾ, ਤੇ ਉਸ ਨੂੰ ਕਹਿ ਦਿੰਦੇ ANSI। ਠੀਕ ਹੈ, नेक्स्ट क्वेश्चन है, द पावर सेविंग मोड दैट allows the computer to be restarted by simply pressing a key on the keyboard is called। 5 ऑप्शन दिते ने, सही आंसर देने की कोशिश करो। मतलब कि साडा जिहड़ा कंप्यूटर है, ठीक है, ਆਪਾਂ ਉਸ ਵਿੱਚ ਕੀ ਕੀਤਾ, ਪਾਵਰ ਸੇਵਿੰਗ ਮੋਡ ਦੈਟ ਅਲੋ, ਜਿਹੜਾ ਸਾਨੂੰ ਪਾਵਰ ਸੇਵਿੰਗ ਮੋਡ ਵੀ ਰਵੇ ਤੇ ਨਾਲ ਸਾਨੂੰ ਅਲੋ ਕਰੇ ਕਿ ਜਿਹੜਾ ਸਾਡਾ ਕੰਪਿਊਟਰ ਹੈ ਰੀਸਟਾਰਟ ਬਾਈ ਸਿੰਪਲੀ ਪ੍ਰੈਸਿੰਗ ਕੀ ਔਨ ਪ੍ਰੈਸਿੰਗ ਔਨ ਕੀ ਔਨ ਦੀ ਕੀਬੋਰਡ। ਤੇ ਆਪਾਂ ਕਿਹੜੇ ਜਿਹਾ ਪ੍ਰੈਸ ਕਰਾਂਗੇ, ਕਿਹੜਾ ਜਿਹਾ ਵਰਡ ਮਤਲਬ ਕਰਾਂਗੇ, ਤੇ ਇਸ ਨੂੰ ਕਵਾਂਗੇ ਸਟੈਂਡ ਬਾਈ। मतलब ਜਿਹੜੀ ਸਾਡੀ ਪਾਵਰ ਸੇਵਿੰਗ ਮੋਡ ਸਾਨੂੰ ਇੱਦਾਂ ਦਾ ਅਲੋ ਕਰਦਾ ਹੈ ਕਿ ਜਿਸ ਵਿੱਚ ਸਾਡਾ ਕੰਪਿਊਟਰ ਰੀਸਟਾਰਟ ਹੁੰਦਾ ਸਿੰਪਲੀ ਪ੍ਰੈਸਿੰਗ ਉਸ ਕੀ ਨੂੰ ਕੀਵਰਡ 'ਤੇ ਆਪਾਂ ਜਦੋਂ ਪ੍ਰੈਸ ਕਰਦੇ ਹਾਂ ਤੇ ਉਸ 'ਤੇ ਕੀ ਕਰ ਦਿੰਦੇ ਹਾਂ ਕੀ ਸੈਟ ਸਟੈਂਡ ਬਾਈ, ਹੈ ਨਾ, ਸਟੈਂਡ ਬਾਈ ਕਹਿੰਦੇ ਆ ਉਸਨੂੰ। The power saving mode that allow computer to be restarted by simply pressing a key on keyboard is called standby। Next question है, the earliest calculating device are called। बहुत ईजी क्वेश्चन है, ਜਿਹੜਾ ਆਪਾਂ अर्लीएस्ट यूज़ करते ਸੀਗੇ कैलकुलेशन ਲਈ डिवाइस ਉਸ ਨੂੰ ਆਪਾਂ ਕੀ ਕਹਿ ਦਿੰਦੇ ਸੀਗੇ, एवेसिस। ठीक है, एवेसिस। Earliest recorded calculating devices एवेसिस used as a simple calculating device for performing arithmetic like मतलब ਜਿੰਨੀਆਂ ਵੀ ਸਾਡੀਆਂ arithmetic calculations ਹੁੰਦੀਆਂ ਨੇ ਇਸ ਦੇ ਥਰੂ ਆਪਾਂ ਕੀ ਕਰਦੇ ਸੀਗੇ कैलकुलेट करते सीगे। ठीक है, ओवर 5000 ईयर अगो। ठीक है, इन्ने टाइम पहला देख लो बेबीलोनिया ओवर द 5000 ईयर्स एगो। नेक्स्ट क्वेश्चन है गाइस, सुपर कंप्यूटर डेवलप्ड बाय इंडियन साइंटिस्ट।
ਜਿਹੜਾ ਸਾਡਾ ਸੁਪਰ ਕੰਪਿਊਟਰ ਹੈ ਡਿਵੈਲਪ ਕੀਤਾ ਸੀਗਾ ਇੰਡੀਅਨ ਸਾਇੰਸ ਤੇ ਉਸ ਕੰਪਿਊਟਰ ਨੂੰ ਆਪਾਂ ਕੀ ਕਹਿ ਦਿੰਦੇ ਆ, ਪਰਮ। ਠੀਕ ਹੈ, ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਥੋੜੀ ਜਿਹੀ ਡਿਸਕ੍ਰਿਪਸ਼ਨ ਦੇਖ ਲੈਂਦੇ ਆ ਨਾਲ ਨਾਲ। PAM 8000 ਵਾਜ਼ ਦੀ ਫਸਟ ਸੁਪਰ ਕੰਪਿਊਟਰ ਡਿਵੈਲਪ ਬਾਈ ਦ ਇੰਡੀਅਨ ਸਾਇੰਸਿਸਟ। ਲਾਂਚ ਕਦੋਂ ਹੋਇਆ ਸੀਗਾ? 1 ਜੁਲਾਈ 1991 ਵਿੱਚ। ਕੰਸੀਡਰ ਹੈ ਇੰਡੀਅਨ ਫਸਟ ਸੁਪਰ ਕੰਪਿਊਟਰ। ਠੀਕ ਹੈ, ਇਟ ਵਾਜ਼ ਦੀ ਇੰਡੀਜਨਲੀ ਬਿਲਟ ਇਨ ਦ 1991 ਦ ਸੈਂਟਰ ਫॉर द डेवलपमेंट एडवांस कंप्यूटिंग एंड replicated and install ICAD Moscow 1991 अंडर द रशियन कोलैबोरेशन। देखो ਜਿਹੜਾ ਸਾਡਾ ਪਰਮ ਸੀਗਾ ਕਿਹੜੀ ਸੀਰੀਜ਼ ਸੀਗੀ 8000 ਹੈ ਨਾ, ਫਸਟ ਸੁਪਰ ਕੰਪਿਊਟਰ ਸੀਗਾ। ਕਦੋਂ ਸਟੈਬਲਿਸ਼, ਕਦੋਂ ਲਾਂਚ ਹੋਇਆ ਸੀਗਾ 1991 ਜੁਲਾਈ ਵਿੱਚ। ਠੀਕ ਹੈ, ਅਤੇ ਮਤਲਬ ਇਹ ਜਿਹੜਾ ਡਿਵੈਲਪਮੈਂਟ ਕੀਤੀ ਗਈ ਸੀ ਸੈਂਟਰ ਫॉर द डेवलपमेंट फॉर द ਐਡਵਾਂਸ ਕੰਪਿਊਟਿੰਗ ਲਈ ਹੈ ਨਾ, ਜਿਹੜਾ ਜਿਸ ਵਿੱਚ ਆਪਾਂ ਕੀ ਯੂਜ਼ ਕਰਦੇ ਸੀਗੇ, ਇੰਸਟਾਲ ਐਟ ICAD ਹੈ ਨਾ, ਕੋਈ ਲੈਬ ਸੀਗੀ ਉਸ ਵਿੱਚ ਆਪਾਂ ਯੂਜ਼ ਕੀਤਾ ਸੀਗਾ ਮਾਸਕੋ 'ਚ 1991 ਵਿੱਚ। ਠੀਕ ਹੈ, ਰਸ਼ੀਅਨ। नेक्स्ट क्वेश्चन है गाइज, ए कंप्यूटर कैनॉट बूट इफ इट डज नॉट हैव द डैश। ਆਪਾਂ ਕੰਪਿਊਟਰ ਨੂੰ ਕੀ ਨਹੀਂ ਕਰ ਸਕਦੇ ਹਾਂ, ਬੂਟ ਨਹੀਂ ਕਰ ਸਕਦੇ ਹਾਂ ਜੇਕਰ ਸਾਡੇ ਤੋਂ ਕੀ ਨਹੀਂ ਹੋਏਗਾ। ਤੇ ਕੁਐਸਚਨ ਜਿਹੜਾ ਆਪਾਂ ਪਹਿਲੇ ਵੀ ਕਰ ਚੁੱਕੇ ਹਾਂ ਕਾਫੀ ਵਾਰ। ਹਾਂਜੀ ਹਾਂਜੀ, ਆਨਸਰ ਦੇਣ ਦੀ ਕੋਸ਼ਿਸ਼ ਕਰੋ। ਆਪਰੇਟਿੰਗ ਸਿਸਟਮ ਸਭ ਜਾਣਦੇ ਹੋ ਤੁਸੀਂ। देखो, ऑपरेटिंग सिस्टम इज द सिस्टम सॉफ्टवेयर that handle the software and hardware resources and provide service for the computer program. So without an operating system a computer cannot boot। ਜਿਵੇਂ ਤੁਹਾਨੂੰ ਮੈਂ ਕਹਿ ਚੁੱਕੀ ਹਾਂ ਕਿ operating system ਕੀ ਹੁੰਦਾ ਹੈ, interface between hardware and users ਹੈ ਨਾ। ਤੇ ਆਪਰੇਟਿੰਗ ਸਿਸਟਮ ਨੂੰ ਆਪਾਂ ਕਹਿ ਦਿੰਦੇ ਹਾਂ ਸਿਸਟਮ ਸੋਫਟਵੇਅਰ ਵੀ ਕਹਿ ਦਿੰਦੇ ਹਾਂ, ਜਿਹੜਾ ਹੈਂਡਲ ਕੀ ਕਰਦਾ ਸਾਡੇ ਜਿੰਨੇ ਵੀ ਸੋਫਟਵੇਅਰ ਹਾਰਡਵੇਅਰ ਰਿਸੋਰਸਿਸ ਹੁੰਦੇ ਨੇ। ਠੀਕ ਹੈ, ਜਿਹੜੀ ਆਪਾਂ ਸਰਵਿਸ ਪ੍ਰੋਵਾਈਡ, ਜਿੰਨੀਆਂ ਸਾਨੂੰ ਸਰਵਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਠੀਕ ਹੈ, ਆਪਰੇਟਿੰਗ ਸਿਸਟਮ ਥਰੂ। ਠੀਕ ਹੈ, ਇਸ ਨੂੰ ਕੀ ਕਰਦਾ, ਕੰਟਰੋਲ ਕਰਕੇ ਰੱਖਦਾ ਹੈ, ਦੈਨ ਇਸ ਨੂੰ ਹੈਂਡਲ ਕਰਦਾ, ਕਹਿ ਸਕਦੇ ਕੰਟਰੋਲ ਕਰਦਾ ਹੈ। ਠੀਕ ਹੈ, ਅਤੇ ਇਸਦਾ ਸਹੀ ਆਨਸਰ ਕੀ ਹੈ, ਆਪਰੇਟਿੰਗ ਸਿਸਟਮ। ਵਿਦਾਊਟ ਦੀ ਆਪਰੇਟਿੰਗ ਸਿਸਟਮ ਆਪਾਂ ਕੰਪਿਊਟਰ ਨੂੰ ਕੀ ਨਹੀਂ ਕਰ ਸਕਦੇ, ਬੂਟ ਨਹੀਂ ਕਰ ਸਕਦੇ। ਨੈਕਸਟ ਕੁਐਸਚਨ ਹੈ, ਦ ਫੰਕਸ਼ਨ ਆਫ CPU ਇਜ਼। ਕੁਛ ਕੁਐਸਚਨ ਗਾਈਜ਼ ਮੈਂ ਸਕਿਪ ਕਰ ਦੇਵਾਂਗੀ ਜੇਕਰ ਮੈਨੂੰ ਲੱਗਦਾ ਕਿ ਤੁਸੀਂ ਆਨਸਰ ਦੇ ਪਾਉਂਦੇ ਹੋ ਹੈ ਨਾ, ਲੇਕਿਨ ਤੁਸੀਂ ਸੋਚਦੇ ਹੋ ਕਿ ਨਹੀਂ ਚਲੋ ਦੱਸ ਹੀ ਦਿੰਦੀ ਹਾਂ ਫਿਰ ਵੀ ਮੈਂ। ਫੰਕਸ਼ਨ ਕੀ ਹੈ CPU ਦਾ? ਟੂ ਰੀਡ, ਟੂ ਇੰਟਰਪ੍ਰੇਟ ਐਂਡ ਪ੍ਰੋਸੈਸ ਦੀ ਇਨਫੋਰਮੇਸ਼ਨ ਐਂਡ ਇੰਸਟਰਕਸ਼ਨਸ। ਮਤਲਬ ਫੰਕਸ਼ਨ ਕੀ ਹੋ ਸਕਦੇ ਨੇ, ਜਿੰਨੀਆਂ ਵੀ ਜਿੰਨੇ ਵੀ ਆਪਾਂ ਪ੍ਰੋਗਰਾਮਸ ਕਰਦੇ ਹਾਂ, ਜਿੰਨੀ ਵੀ ਇੰਸਟਰਕਸ਼ਨ ਦਿੰਦੇ ਹਾਂ, ਰੀਡ ਕਰਦਾ ਉਸਨੂੰ, ਦੈਨ ਇੰਟਰਪ੍ਰੇਟ ਕਰਦਾ ਹੈ, ਦੈਨ ਪ੍ਰੋਸੈਸਿੰਗ ਹੁੰਦੀ ਹੈ ਇਨਫੋਰਮੇਸ਼ਨ ਦੀ ਹੈ ਨਾ, ਜਿੰਨੀ ਵੀ ਸਾਡੀ ਇੰਸਟਰਕਸ਼ਨਸ ਹੁੰਦੀਆਂ ਨੇ ਜਿਹੜੇ ਆਪਾਂ ਕਮਾਂਡ ਵਗੈਰਾ ਦਿੰਦੇ ਹਾਂ। ਦੇਖੋ CPU ਕੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ ਐਜ਼ ਦ ਬ੍ਰੇਨ ਆਫ ਕੰਪਿਊਟਰ ਦੈਟ ਕੰਟੇਨ secretary necessary to interpret the execute program instructions. Processing the information and instruction is done by CPU। ਆਪਾਂ ਇਸ ਨੂੰ ਕੀ ਕਹਿ ਦਿੰਦੇ ਹਾਂ, ਬ੍ਰੇਨ ਆਫ ਦੀ ਕੰਪਿਊਟਰ ਵੀ ਕਹਿ ਦਿੰਦੇ ਹਾਂ ਸਮ ਟਾਈਮ। ਠੀਕ ਹੈ, ਅਤੇ ਇਸ ਵਿੱਚ ਜਿੰਨੀਆਂ ਵੀ ਨੈਸੈਸਰੀ ਜਿੰਨੇ ਵੀ ਸਾਡੀ ਇੰਸਟਰਕਸ਼ਨਸ ਹੁੰਦੀਆਂ ਨੇ, ਪ੍ਰੋਗਰਾਮ ਇੰਸਟਰਕਸ਼ਨਸ ਹੁੰਦੀਆਂ ਨੇ, ਉਸ ਨੂੰ ਕੀ ਕਰਦਾ, ਇੰਟਰਪ੍ਰੇਟ ਕਰਦਾ ਐਂਡ ਐਗਜ਼ੀਕਿਊਟ ਕਰਦਾ ਹੈ। ਠੀਕ ਹੈ, ਜਿੰਨੀ ਵੀ ਪ੍ਰੋਸੈਸਿੰਗ ਹੁੰਦੀ ਆ ਸਾਡੀ ਇਨਫੋਰਮੇਸ਼ਨ ਦੀ ਕਿਸ ਦੇ ਥਰੂ ਹੁੰਦੀ ਹੈ, ਡਨ ਬਾਏ CPU ਥਰੂ ਹੈ ਨਾ। ਨੈਕਸਟ ਕੁਐਸਚਨ ਹੈ, ਮੋਸਟ ਆਫ ਦੀ ਕਾਮਨਲੀ ਯੂਜ਼ ਪਰਸਨਲ ਕੰਪਿਊਟਰ ਲੈਪਟੋਪ ਡੂ ਨੋਟ have a command key known as dash। ਤੇ ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ, ਟਰਨ ਓਵਰ। ਇਹ ਆਪਸ਼ਨ ਇਜ਼ ਦੀ ਕਰੈਕਟ ਆਨਸਰ। ਬਹੁਤ ਈਜ਼ੀ ਕੁਐਸਚਨ ਹੈ ਗਾਈਜ਼। ਮਤਲਬ ਆਪਾਂ ਮੋਸਟ ਕਾਮਨਲੀ ਯੂਜ਼ ਕਿਹੜੀ ਕਮਾਂਡ ਯੂਜ਼ ਕਰਦੇ ਹਾਂ, ਮੋਸਟ ਆਫ ਦੀ ਕਾਮਨਲੀ ਯੂਜ਼ ਪਰਸਨਲ ਕੰਪਿਊਟਰ ਲੈਪਟੋਪ ਡੂ ਨੋਟ ਹੈਵ ਕਮਾਂਡ ਕੀ ਨੋਨ ਐਜ਼, ਇਸ ਨੂੰ ਕਹਿ ਦਿੰਦੇ ਆਪਾਂ ਟਰਨ ਓਵਰ। ਦੇਖੋ ਟਰਨ ਓਵਰ ਇਜ਼ ਨੋਟ ਏ ਕਮਾਂਡ ਕਿ ਇਟ ਇਜ਼ ਜਨਰਲ ਪ੍ਰੈਜੈਂਟ ਇਨ ਏ ਪਰਸਨਲ ਕੰਪਿਊਟਰ ਲੈਪਟੋਪ। ਠੀਕ ਹੈ, ਸਮਝ ਗਏ। ਨੈਕਸਟ ਕੁਐਸਚਨ ਹੈ, ਦ ਕੰਪਿਊਟਰ ਯੂਜ਼ਡ ਬਾਈ ਬੈਂਕ ਆਫ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਐਂਡ ਐਨਾਲਾਈਜ਼ਿੰਗ ਵਰਕ ਡਾਟਾ ਆਰ ਕਾਲਡ।
ਜਿਹੜੇ ਸਾਡੇ ਕੰਪਿਊਟਰਸ ਨੇ, ਠੀਕ ਹੈ, ਆਪਾਂ ਕੰਪਿਊਟਰ ਨੂੰ ਯੂਜ਼ ਕਰਦੇ ਹਾਂ ਕਿਸ ਲਈ? ਬੈਂਕਿੰਗ ਦੀ ਜਿੰਨੀਆਂ ਵੀ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਹੁੰਦੀਆਂ ਅਤੇ ਐਨਾਲਾਈਜ਼ ਕਰਦਾ ਬਲਕ ਡਾਟਾ, ਮਤਲਬ ਲਾਰਜ ਅਮਾਊਂਟ ਆਫ ਡਾਟਾ ਹੈ ਨਾ। ਅਤੇ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਦੈਟ ਇਜ਼ ਕਾਲਡ ਮੇਨ ਫਰੇਮ ਕੰਪਿਊਟਰ, ਠੀਕ ਹੈ। ਜਿਹੜੇ ਕਿ ਸਾਡੇ ਕਿਸ ਤਰ੍ਹਾਂ ਦੇ ਕੰਮ ਲਈ ਬਣੇ ਨੇ? ਦੇਖੋ, ਜਿਹੜੇ ਸਾਡੇ ਪਰਸਨਲ ਕੰਪਿਊਟਰ ਨੇ ਸਾਡੇ ਲਈ ਬਣੇ ਨੇ, ਹੈ ਨਾ। ਜਿਵੇਂ ਆਪਾਂ ਯੂਜ਼ਰ ਆਪਣੇ ਪਰਸਨਲ ਹੋਮ ਯੂਜ਼ ਕਰਦੇ ਹਾਂ, ਬਿਜ਼ਨਸ ਲਈ ਜਿਵੇਂ ਤੁਹਾਨੂੰ ਪਤਾ ਹੈ ਅਲੱਗ-ਅਲੱਗ ਫੀਲਡ ਲਈ ਅਲੱਗ-ਅਲੱਗ ਕੰਪਿਊਟਰਸ ਬਣੇ ਨੇ। ਸਾਇੰਟਿਸਟ ਕਿਹੜੇ ਕੰਪਿਊਟਰ ਯੂਜ਼ ਕਰਦੇ ਨੇ? ਸੁਪਰ ਕੰਪਿਊਟਰ, ਇੱਦਾਂ ਨਾ। ਅਤੇ ਸਭ ਜਿਹੜੇ ਮੇਨ ਫਰੇਮ ਕੰਪਿਊਟਰ ਲਾਈਕ ਬੈਂਕਿੰਗ ਵਿੱਚ ਟ੍ਰਾਂਜੈਕਸ਼ਨ ਲਈ ਯੂਜ਼ ਕੀਤੇ ਜਾਂਦੇ ਨੇ ਜ਼ਿਆਦਾ ਨਾ। ਸਭ ਦੀ ਆਪਣੀ ਆਪਣੀ ਫੰਕਸ਼ਨੈਲਿਟੀ ਹੈ। ਨੈਕਸਟ ਕੁਐਸਚਨ ਹੈ, dash is the application of investigation and analyze technique to gather and preserve evidence from a particular computing device in a way that suitable for presentation in a court of law। 5 ऑप्शन ਦਿੱਤੇ ਨੇ, ਸਹੀ ਆਪਸ਼ਨ ਦੇਣ ਦੀ, ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਮਤਲਬ ਆਪਾਂ ਉਸ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਕੀ ਕਵਾਂਗੇ ਜਿਹੜੇ ਸਾਡੀ ਕਿਸ ਲਈ ਯੂਜ਼ ਕੀਤੀ ਜਾਂਦੀ ਹੈ? ਇਨਵੈਸਟੀਗੇਸ਼ਨ ਲਈ ਜਾਂ ਕਿਸੇ ਐਨਾਲਾਈਜ਼ ਟੈਕਨੀਕ ਲਈ, ਹੈ ਨਾ। ਜਿਹੜਾ ਕੀ ਕਰਦਾ, ਸਾਡੇ ਗੈਦਰ ਕਰਦਾ ਅਤੇ ਪ੍ਰਿਜ਼ਰਵ ਕਰਦਾ, ਐਵੀਡੈਂਸ ਦਿਖਾਉਂਦਾ ਨਾ, ਇੱਕ ਤਰ੍ਹਾਂ ਦਾ ਪਰਟੀਕੂਲਰ ਕੰਪਿਊਟਿੰਗ ਡਿਵਾਈਸ ਹੀ ਹੈ। ਕਿਸ ਨੂੰ ਰਿਪਰੈਜ਼ੈਂਟ ਕਰਦਾ? ਕੋਰਟ ਆਫ ਲਾਅ ਨੂੰ, ਹੈ ਨਾ। ਪ੍ਰੈਜੈਂਟੇਸ਼ਨ ਆਫ ਦੀ ਕੋਰਟ ਆਫ ਲਾਅ। ਅਤੇ ਇਸ ਨੂੰ ਆਪਾਂ ਕਹਿ ਦਿੰਦੇ ਗਾਈਜ਼ ਡੀ ਆਪਸ਼ਨ, ਕੰਪਿਊਟਰ ਫੋਰਨੈਸਿਕ, ਠੀਕ ਹੈ। ਫੋਰਨੈਸਿਕ, ਕੰਪਿਊਟਰ ਫੋਰਨੈਸਿਕ ਵਰਡ ਜੇਕਰ ਤੁਸੀਂ ਪਹਿਲੇ ਵੀ ਸੁਣਿਆ ਹੋਏਗਾ, ਲਾਸਟ ਵਾਲੀ ਵੀਡੀਓ ਵਿੱਚ ਕਾਫੀ ਪਹਿਲੇ ਦੀ ਕਰਵਾਈ ਵੀਡੀਓਜ਼ ਹੈ ਨਾ, ਉਸ ਵਿੱਚ ਕੁਐਸਚਨ ਮੈਂ ਕੀਤਾ ਸੀਗਾ ਐਕਸਪਲੇਨ। ਦੇਖੋ ਕੀ ਹੁੰਦਾ, ਪੜ੍ਹ ਲੈਂਦੇ ਹਾਂ। ਕੰਪਿਊਟਰ ਫੋਰਨੈਸਿਕ ਇਜ਼ ਅ ਬ੍ਰਾਂਚ ਆਫ ਡਿਜੀਟਲ ਫੋਰਨੈਸਿਕ ਸਾਇੰਸ pertaining of evidence found in computer and digital storage media. Computer forensic is the application of investigation analyze technique to gather preserve evidence from the particular computing device in a way suitable for a presentation in a court of law. Sometime ਤੁਸੀਂ ਦੇਖਿਆ ਹੋਏਗਾ ਕੀ ਹੁੰਦਾ ਹੈ ਕਿ ਜਿਹੜੇ ਮਤਲਬ ਸਾਡੇ ਕਹਿ ਦਿੰਦੇ ਆ ਕਿ ਜਿੱਦਾਂ ਕਈ ਵਾਰ ਸਾਡਾ ਮੋਬਾਈਲ ਜਿਹੜਾ ਕੀ ਹੋ ਜਾਂਦਾ ਹੈ, ਸਾਡਾ ਗੁੰਮ ਹੋ ਜਾਂਦਾ ਮੋਬਾਈਲ, ਜਾਂ ਕਹਿ ਸਕਦੇ ਹੋ ਕਿ ਮਤਲਬ ਕੋਈ ਕੀ ਕਹਿੰਦੇ ਆ ਉਸਨੂੰ, ਜਿਹੜਾ ਮਤਲਬ ਇੱਦਾਂ ਦਾ ਕੇਸ ਹੁੰਦਾ, ਕਈ ਵਾਰ ਕਤਲ ਵਗੈਰਾ ਕਰ ਦਿੰਦੇ ਆ। ਅਤੇ ਉਸ ਟਾਈਮ 'ਤੇ ਕੀ ਹੁੰਦਾ, ਕਈ ਵਾਰ ਨਾ ਸਾਡੇ ਮੋਬਾਈਲ ਨੂੰ ਸਭ ਤੋਂ ਪਹਿਲਾਂ ਹਮਲਾ ਕਰਦੇ, ਪਹਿਲੇ ਤੁਹਾਡਾ ਮੋਬਾਈਲ ਤੋੜਿਆ ਜਾਂਦਾ ਨਾ। ਅਤੇ ਐਵੀਡੈਂਸ ਕੀ ਹੁੰਦਾ ਸਾਡੇ ਤੋਂ? ਸਭ ਤੋਂ ਵੱਡਾ ਤਾਂ ਇਹ ਹੁੰਦਾ, ਜੇ ਤੁਸੀਂ ਰਿਕਾਰਡਿੰਗ ਲਗਾਈ ਹੋਏਗੀ ਜਾਂ ਤੁਹਾਡੇ ਤੋਂ ਕੋਈ ਇੱਦਾਂ ਦਾ ਐਵੀਡੈਂਸ ਨਹੀਂ ਹੈ ਨਾ, ਤੁਸੀਂ ਕੀ ਕਰ ਸਕਦੇ ਹੋ ਉਸ ਟਾਈਮ 'ਤੇ? ਰਿਕਾਰਡਿੰਗ ਕਰ ਸਕਦੇ ਹੋ ਤੁਸੀਂ ਮੋਬਾਈਲ ਦੇ ਥਰੂ ਹੀ। ਅਤੇ ਉਹ ਸਭ ਤੋਂ ਪਹਿਲਾਂ ਦੇਖਦੇ ਨੇ ਕਿ ਇਹਨਾਂ ਨੇ ਮੋਬਾਈਲ 'ਤੇ ਰਿਕਾਰਡਿੰਗ ਕੀਤੀ ਹੋਈ, ਤਾਂ ਉਸ ਮੋਬਾਈਲ ਨੂੰ ਕੀ ਕਰਦੇ ਨੇ? ਤੋੜ ਦਿੰਦੇ ਹੈ ਨਾ। ਅਤੇ ਮੋਬਾਈਲ ਇੱਕ ਇੱਦਾਂ ਦਾ ਐਵੀਡੈਂਸ ਹੈ ਜਿਸ ਨੂੰ ਆਪਾਂ ਕੀ ਕਰ ਸਕਦੇ ਹਾਂ, ਜਿਸ ਦੀ ਮਤਲਬ ਸਭ ਤੋਂ ਪਹਿਲਾਂ ਐਵੀਡੈਂਸ ਪਕੜਿਆ ਜਾਂਦਾ ਇਸ ਨੂੰ, ਹੈ ਨਾ, ਮੋਬਾਈਲ ਨੂੰ, ਹੈ ਨਾ। ਅਤੇ ਇੱਕ ਇਹ ਇੱਦਾਂ ਦੀ ਟੈਕਨੀਕ ਹੈ ਕੰਪਿਊਟਰ ਫੋਰਨੈਸਿਕ, ਜਿਸ ਵਿੱਚ ਇੱਕ ਡਿਜੀਟਲੀ ਮਤਲਬ ਸਾਇੰਸ ਇਸਦੀ ਪਰਟੇਨਿੰਗ ਟੂ ਐਵੀਡੈਂਸ, ਹੈ ਨਾ। ਅਤੇ ਡਿਜੀਟਲੀ ਸਟੋਰੇਜ ਮੀਡੀਆ ਕਹਿ ਸਕਦੇ ਹਾਂ, ਠੀਕ ਹੈ। ਇੱਕ ਇੱਦਾਂ ਦੀ ਐਪਲੀਕੇਸ਼ਨ ਹੈ ਜਿਹੜਾ ਕਿਸ ਲਈ ਯੂਜ਼ ਕੀਤੀ ਜਾਂਦੀ? ਇਨਵੈਸਟੀਗੇਸ਼ਨ ਲਈ, ਠੀਕ ਹੈ, ਕੋਈ ਜਾਂਚ ਪੜਤਾਲ ਕਰਨ ਲਈ, ਹੈ ਨਾ। ਇਸਦੇ ਥਰੂ ਆਪਾਂ ਕੀ ਕਰ ਸਕਦੇ ਹਾਂ ਇਨਫੋਰਮੇਸ਼ਨ ਨੂੰ, ਲੇਕਿਨ ਸਾਡਾ ਡਾਟਾ ਕਿੱਥੇ ਪਿਆ ਹੁੰਦਾ? ਸਾਰਾ ਕਲਾਊਡ 'ਤੇ ਹੈ, ਆਪਾਂ ਉਸਨੂੰ ਕਦੇ ਵੀ ਗੈਦਰ ਕਰ ਸਕਦੇ, ਕਦੇ ਫੈਕਚ ਕਰ ਸਕਦੇ ਹਾਂ ਨਾ। ਅਤੇ ਇਹ ਕਿਹੜੀ ਐਪਲੀਕੇਸ਼ਨ ਦੇ ਥਰੂ ਕਰ ਸਕਦੇ ਹਾਂ? ਕੰਪਿਊਟਰ ਫੋਰਨੈਸਿਕ ਦੇ ਥਰੂ, ਹੈ ਨਾ। ਅਤੇ ਇੱਕ ਇੱਦਾਂ ਦਾ ਸੂਟੇਬਲ ਵਿਊ ਹੈ ਜਿਹੜਾ ਆਪਾਂ ਪ੍ਰੈਜੈਂਟ ਕਰ ਦਿੰਦੇ ਹਾਂ ਕਿਸ 'ਤੇ? ਕੋਰਟ ਆਫ ਦੀ ਲਾਅ 'ਤੇ, ਹੈ ਨਾ। ਅਤੇ ਇਸ ਨੂੰ ਕਹਿ ਸਕਦੇ ਹਾਂ ਕਿ ਇੱਕ ਬਹੁਤ ਅੱਛੀ ਸਾਡੇ ਲਈ ਟੈਕਨੀਕ ਹੈ, ਬਹੁਤ ਅੱਛਾ ਐਪਲੀਕੇਸ਼ਨ ਕਹਿ ਸਕਦੇ ਹਾਂ ਕੰਪਿਊਟਰ ਦੀ ਟੈਕਨੋਲੋਜੀ 'ਚ, ਹੈ ਨਾ। ਜਿਵੇਂ ਤੁਹਾਨੂੰ ਪਤਾ ਕਿ ਡੇ ਟੂ ਡੇ ਸਾਡਾ ਜਿਹੜੀ ਟੈਕਨੋਲੋਜੀ ਕੀ ਕਰ ਰਹੀ ਹੈ? ਮੂਵ ਕਰ ਰਹੀ ਹੈ ਨਾ। ਅਤੇ ਕਾਫੀ ਕੁਛ ਸਿੱਖਣ ਨੂੰ ਮਿਲਦਾ, ਕੁਛ ਇੱਦਾਂ ਦੀਆਂ ਵੀ ਸਾਡੇ ਤੋਂ ਮਤਲਬ ਟੈਕਨੀਕਸ ਨੇ, ਟੈਕਨੋਲੋਜੀ ਜਿਹੜਾ ਕਿ ਅੱਜ ਤੱਕ ਆਪਾਂ ਯੂਜ਼ ਹੀ ਨਹੀਂ ਕੀਤਾ, ਜਿਨ੍ਹਾਂ ਦਾ 0% ਯੂਜ਼ ਕੀਤਾ ਹੋਇਆ, ਲੇਕਿਨ ਉਹਨਾਂ ਦਾ ਕਾਫੀ ਜ਼ਿਆਦਾ ਯੂਜ਼ ਹੈ, ਠੀਕ ਹੈ। ਅਤੇ ਸਾਨੂੰ ਇੱਦਾਂ ਹੀ ਧੀਰੇ ਧੀਰੇ ਪਤਾ ਚੱਲੇਗਾ, ਆਪਾਂ ਜਿੱਦਾਂ ਆਪਾਂ ਯੂਜ਼ ਕਰਾਂਗੇ ਟੈਕਨੋਲੋਜੀ। ਜਿਵੇਂ ਤੁਹਾਨੂੰ ਪਤਾ ਸਾਡੇ ਮੋਬਾਈਲ 'ਚ ਇੰਨੇ ਫੰਕਸ਼ਨਸ ਨੇ, ਇੰਨੇ ਜ਼ਿਆਦਾ, ਕਿ ਆਪਾਂ ਓਨਲੀ ਕੁਛ ਹੀ ਲਿਮਟਿਡ ਫੰਕਸ਼ਨ ਯੂਜ਼ ਕਰਦੇ ਹਾਂ, ਲੇਕਿਨ ਕੁਛ ਅੱਛੇ ਫੰਕਸ਼ਨ ਵੀ ਨੇ। ਜਿੰਨੇ ਸਾਡੇ ਮਹਿੰਗੇ ਮੋਬਾਈਲ ਆਉਂਦੇ ਨੇ, ਫੀਚਰਸ ਮੋਬਾਈਲ ਇੰਨੇ ਜ਼ਿਆਦਾ ਫੀਚਰਸ ਉਸ ਵਿੱਚ ਆ ਜਾਂਦੇ ਨੇ, ਲੇਕਿਨ ਆਪਾਂ ਕਿਸ ਲਈ ਯੂਜ਼ ਕਰਦੇ ਹਾਂ? ਜ਼ਿਆਦਾਤਰ ਮੋਬਾਈਲਸ ਕਿਸ ਲਈ ਯੂਜ਼ ਕਰਦੇ ਹਾਂ? ਫੋਟੋ ਵਗੈਰਾ ਕੈਪਚਰ ਕਰ ਲਈ, ਕੋਲ ਅਟੈਂਡ ਕਰ ਲਈ, ਜਾਂ ਮਤਲਬ ਕੋਈ ਸੋਸ਼ਲ ਮੀਡੀਆ ਸਰਚ ਕਰ ਲਿਆ, ਇੰਸਟਾਗ੍ਰਾਮ, ਟੈਲੀਗ੍ਰਾਮ, ਆਪਣਾ ਯੂਟਿਊਬ ਦੇਖ ਲਈ, ਹੈ ਨਾ। ਇੱਦਾਂ ਹੈ ਨਾ,
ਲੇਕਿਨ ਕੁਝ ਇੱਦਾਂ ਦੇ ਹਿਡਨ ਫੀਚਰ ਵੀ ਕਹਿ ਸਕਦੇ ਆ ਜਿਹਦੇ ਲਈ ਸਾਡੇ ਲਈ ਬਹੁਤ ਅੱਛੇ ਫੀਚਰ ਬਣਾਏ ਗਏ ਨੇ, ਠੀਕ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਮੋਬਾਈਲ ਹੈ ਸਮ ਟਾਈਮ ਅਗਰ ਉਹ ਕੋਈ ਚੋਰੀ ਵੀ ਕਰ ਲੈਂਦਾ ਹੈ ਤਾਂ ਤੁਸੀਂ ਇਹਨੂੰ ਟਰੇਸ ਕਰ ਸਕਦੇ ਹੋ, ਠੀਕ ਹੈ। ਆਪਣਾ ਮੋਬਾਈਲ ਤੁਹਾਡਾ ਜੇਕਰ ਤੁਸੀਂ ਕਿਤੇ ਰੱਖਿਆ ਹੋਇਆ, ਤੁਸੀਂ ਜੀਮੇਲ ਦੇ ਥਰੂ ਉਸਨੂੰ ਸਵਿਚ ਔਨ ਕਰ ਸਕਦੇ ਹੋ, ਠੀਕ ਹੈ। ਸਾਈਲੈਂਟ ਮੋਡ 'ਚ ਹੈਗਾ ਹੈ, ਉਸਨੂੰ ਵਾਈਬਰੇਟ ਮੋਡ 'ਤੇ ਲਗਾ ਸਕਦੇ ਹੋ, ਠੀਕ ਹੈ। ਸਵਿਚ ਔਨ 'ਤੇ ਵਾਲੀ ਆਪਸ਼ਨ ਤਾਂ ਨਹੀਂ ਹੈ ਵੈਸੇ, ਲੇਕਿਨ ਸਾਈਲੈਂਟ ਟੂ ਜਨਰਲ ਮੋਡ ਵਿੱਚ ਕਰ ਸਕਦੇ ਹੋ, ਠੀਕ ਹੈ। ਰਿੰਗ ਮੋਡ 'ਤੇ ਕਰ ਸਕਦੇ ਹੋ, ਠੀਕ ਹੈ। ਅਤੇ ਕਾਫੀ ਇੱਦਾਂ ਦੀ ਟੈਕਨੋਲੋਜੀ ਸਾਡੀ ਵੱਧ ਗਈ ਅੱਜ ਤੱਕ ਕਿ ਅਗਰ ਐਕਸਪਲੇਨ ਕਰਨਾ ਪਾਓ ਤਾਂ ਇੱਕ ਪੂਰੀ ਲੈਕਚਰ ਤੋਂ ਵੀ ਜ਼ਿਆਦਾ ਟਾਈਮ ਲੱਗੇਗਾ। ਕੋਈ ਪਰਟੀਕੂਲਰ ਟੈਕਨੋਲੋਜੀ 'ਤੇ ਆਪਾਂ ਇੰਨਾ ਲੈਕਚਰ ਨਹੀਂ ਦੇ ਸਕਦੇ ਕਿਉਂਕਿ ਇੰਨੀ ਅਬਰੋਡ ਟੈਕਨੋਲੋਜੀ ਹੋ ਗਈ ਹੈ ਸਾਡੀ। ਕਲਾਊਡ 'ਤੇ ਦੇਖ ਲਓ ਸਾਡਾ ਆਪਾਂ ਡਾਟਾ ਕਿੱਦਾਂ ਸੇਵ ਕਰਦੇ ਹਾਂ, ਜਿੰਨਾ ਵੀ ਡਾਟਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਹੁੰਦਾ ਸੇਵ ਕਿੱਥੇ ਹੁੰਦਾ, ਕਲਾਊਡ 'ਤੇ, ਹੈ ਨਾ। ਇੱਕ ਸੇਫ ਹੁੰਦਾ ਹੈ ਨਾ। ਅਤੇ ਕਾਫੀ ਜ਼ਿਆਦਾ ਮਤਲਬ ਕੁਛ ਸਿੱਖਣ ਨੂੰ ਮਿਲਦਾ ਜੇਕਰ ਆਪਾਂ ਕੰਪਿਊਟਰ ਦੇ ਦੇਖਿਆ ਜਾਏ ਤਾਂ। ਚਲਦੇ ਗਾਈਜ਼ ਨੈਕਸਟ ਕੁਐਸਚਨ 'ਤੇ। The process of writing computer instructions in a programming language is known as dash। ਦੇਖੋ ਆਪਾਂ ਉਸ ਪ੍ਰੋਸੈਸ ਨੂੰ ਕੀ ਕਵਾਂਗੇ ਜਿਸ ਵਿੱਚ ਆਪਾਂ ਕੰਪਿਊਟਰ ਦੀ ਜਿਹੜੀ ਇੰਸਟਰਕਸ਼ਨਸ ਨੂੰ ਕੀ ਕਰਦੇ ਹਾਂ, ਲਿਖਦੇ ਹਾਂ ਕਿਸੇ ਪ੍ਰੋਗਰਾਮਿੰਗ ਲੈਂਗੁਏਜ ਵਿੱਚ, ਅਤੇ ਉਸ ਪ੍ਰੋਸੈਸ ਨੂੰ ਆਪਾਂ ਕਹਿ ਦਿੰਦੇ ਗਾਈਜ਼ ਕੋਡਿੰਗ। ਬਹੁਤ ਹੀ ਜ਼ਿਆਦਾ ਅੱਛਾ ਕੁਐਸਚਨ ਸੀਗਾ। देखो ए प्रोग्रामिंग लैंग्वेज इज़ फॉर्मल कंस्ट्रक्टेड लैंग्वेज डिज़ाइन टू कम्युनिकेट इंस्ट्रक्शन टू ए मशीन पर्टिकुलर कंप्यूटर टू प्रोसेस राइटिंग कंप्यूटर इंस्ट्रक्शन इन ए प्रोग्रामिंग लैंग्वेज लाइक कोडिंग, है ना। कोडिंग किस किस लैंग्वेज विच कीती जा सकती है, दोस्तों मैनू कमेंट करके किहड़ी प्रोग्रामिंग लैंग्वेज ने तुहानू पता है। प्रोग्रामिंग लैंग्वेज के थ्रू ही आपां की करते हैं, कंप्यूटर सॉफ्टवेयर बनाते हैं ना। सॉफ्टवेयर किहड़ी लैंग्वेज के थ्रू आप बना सकते हैं दोस्तों। कुछ वैब बेस्ड होंदियां ने, कुछ सॉफ्टवेयर बनाए, कुछ स्टैटिक्स डायनेमिक, है ना। इदां दी वैबसाइट्स बनाते हैं तो सब की ने किस दे थ्रू बनाते हैं आप, प्रोग्रामिंग लैंग्वेज के थ्रू। उसनूं आपां कह दिंदे हैं कोडिंग। पर्टिकुलर लैंग्वेज विच जदों बनाते हैं उसनूं कह दिंदे हैं कोडिंग कर रहे हैं। A complete electronic circuit with transistors and other electronic components on a small silicon chip is called dash। 5 ऑप्शन दिते ने, सही आंसर देने की कोशिश करो। दैट इज़ कॉल्ड इंटीग्रेटेड सर्किट, IC कह दिंदे हैं जिसनूं। देखो IC की हुंदा है, एक इदां दा इलैक्ट्रॉनिक सर्किट हुंदा किस नाल बनिया हुंदा है, कि ट्रांजिस्टर, काफ़ी ज़्यादा ट्रांजिस्टर एंड अदर इलैक्ट्रॉनिक कंपोनेंट्स लाइक स्मॉल चिप्स लगी होंदियां ने उसते सिलिकॉन्स दियां ना। देखो थोड़ा जिहा पढ़ लैंदे आं। An integrated circuit IC is a semiconductor wafer on which thousands or million of tiny transistors, किन्ने हुंदे ने, million of transistors, capacitors, transistors are fabricated, and IC can function as amplifier, isolators, timer counter, the computer memory और microprocessor, ठीक है। IC ਦਾ ਫੰਕਸ਼ਨ ਕੀ ਹੈ, ਐਜ਼ ए ਕਿੱਦਾਂ ਕੰਮ ਕਰਦਾ ਹੈ, ਇੱਕ ਐਂਪਲੀਫਾਇਰ ਦੀ ਤਰ੍ਹਾਂ, टाइमर काउंटर की तरह, कंप्यूटर मैमरी की तरह, तो माइक्रो प्रोसैसर, है ना, आइसोलेटर्स कह सकते हैं, ठीक है। तो किस नाल बनिया होंदा, मिलियन ऑफ ट्रांजिस्टर्स नाल, कैपेसिटर्स नाल ते फैब्रिकेट्स हुंदे ने इसते, ठीक है। थाउजेंड या मिलियन कह सकते हैं। नैक्सट क्वेश्चन है, ए हैंड हेल्ड कंप्यूटर नोन एज PDA स्टैंड फॉर। 5 ऑप्शन दिते ने गाइस, ध्यान नाल देख लो, इसका आंसर तुसीं खुद दवोगे। PDA स्टैंड फॉर हैंड हेल्ड डिवाइस जो PDA है, तो इसकी फुल फॉर्म दसनी है। बहुत ईजी क्वेश्चन है, दे दोगे आंसर। नैक्सट क्वेश्चन चलते हैं। ए कंप्यूटर सिस्टम दैट इज ओल्ड एंड परहैप्स नॉट सैटिस्फैक्टरी इज रेफर टू एज डैश। देखो तो इसका सही आंसर क्या हो सकता है, लेगेसी सिस्टम। लेगेसी सिस्टम आप देख लें थोड़ी जी डिस्क्रिप्शन। इन कंप्यूटिंग लेगेसी सिस्टम इज ए ओल्ड मेथड एंड टेक्नोलॉजी
कंप्यूटर सिस्टम एप्लीकेशन प्रोग्राम प्रीवियस एंड आउटडेटेड कंप्यूटर सिस्टम्स। ਲੈਗੇਸੀ ਸਿਸਟਮ ਆਪਾਂ ਕਹਿ ਸਕਦੇ ਹਾਂ ਕਿ ਓਲਡ ਮੈਥਡ ਜਾਂ ਓਲਡ ਟੈਕਨੋਲੋਜੀ ਜਿੰਨੇ ਵੀ ਸਾਡਾ ਪੁਰਾਣਾ ਸਭ ਤੋਂ ਆਊਟਡੇਟਡ ਹੋ ਜਾਂਦਾ, ਜਿਹੜਾ ਜਿੰਨਾ ਵੀ ਡਾਟਾ ਸਾਡਾ ਆਊਟ ਮਤਲਬ ਕਾਫੀ ਪੁਰਾਣਾ ਹੈ ਨਾ। ਅਤੇ ਇਸ ਤਰ੍ਹਾਂ ਦਾ ਇੱਕ ਸਿਸਟਮ ਹੈ, ਮੈਥਡ ਹੈ, ਜਿਸ ਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਆਪਣਾ ਪੁਰਾਣਾ ਡਾਟਾ ਜਾਂ ਪ੍ਰੀਵੀਅਸ ਆਊਟਡੇਟਡ ਕੰਪਿਊਟਰ ਨੂੰ ਦੇਖ ਸਕਦੇ ਹਾਂ ਨਾ, ਕੰਪਿਊਟਰ ਸਿਸਟਮ ਦੇਖ ਸਕਦੇ। ਨੈਕਸਟ ਕੁਐਸਚਨ ਹੈ ਵਾਟ ਇਜ਼ ਦਾ ਬੇਸਿਕ ਫੰਕਸ਼ਨ ਆਫ ਦੀ ਕੰਪਿਊਟਰ। ਬੇਸਿਕ ਫੰਕਸ਼ਨ ਉਹ ਦੱਸਣਾ ਤੁਸੀਂ ਕੰਪਿਊਟਰ ਦਾ। ਬਹੁਤ ਈਜ਼ੀ ਕੁਐਸਚਨ ਹੈ, ਆ ਵੀ ਤੁਸੀਂ ਖੁਦ ਕਰ ਲੋਗੇ खुद। चलते हैं नेक्स्ट क्वेश्चन ते। What is the most common code showing the character in computer? 5 ऑप्शन दिते ने, ध्यान नाल देख लो। 568 ਦਾ सही आंसर की होएगा ASCII। ਕਹਿੰਦੇ ਕਿ ਮੋਸਟ ਕਾਮਨ ਜਿਹੜੇ ਸਾਨੂੰ ਕੋਡ ਸ਼ੋ ਹੁੰਦੇ ਨੇ ਕਰੈਕਟਰ ਕੰਪਿਊਟਰ ਵਿੱਚ ਕੀ ਹੁੰਦੇ ਨੇ ਸਭ ASCII। ASCII ਦੀ ਫੁੱਲ ਫਾਰਮ ਦੇਖ ਲਓ ਕੀ ਹੁੰਦੀ ਹੈ, ਲਿਖ ਕੇ ਦੱਸੋ ਮੈਨੂੰ। ASCII may be considered the most widespread coding scheme used by developed American Standard Association. ASCII was introduced in 1963 as ASAX3 490 63. It has definition for the 128 characters which are represented by 7 bits। ठीक है, ASCII की ने साढ़े तो मोस्ट वाइड स्प्रैड कोडिंग स्कीम है। ठीक है, किहदे द्वारा डिवेलप की गई सी कि अमेरिकन स्टैंडर्ड एसोसीएशन द्वारा। कदों की गई सी 1963 विच इंट्रोड्यूस हुई सी। ते इसदे जिहड़े करैक्टर्स आपां किन्ने डिफाइन कर सकते हैं 128 ਤੇ रिप्रजेंट किन्नी बिट्स नाल करते हैं 7 बिट्स। नैक्सट क्वेश्चन है गाइज द कैपेसिटी ऑफ CPU इज मेयर। कैपेसिटी आपां की करनी है, मेयर करनी है किसी CPU दी। तो तुसी केड़ा जी टर्म यूज करोगे? हाँ जी, तो इसका सही आंसर है MIPS। DPI PPI RAM इस दी फुल फॉर्म दसो मैनू लिख के। MIPS की है मिलियन इंस्ट्रक्शनस पर सैकेंड। ठीक है, जिस विच आपां CPU दी की कर सकते हैं, स्पीड नू की कर सकते हैं, मेयर कर सकते हैं। ठीक है, मिलियन इंस्ट्रक्शन पर सैकेंड। ठीक है, देखो MIPS मेयर द रफली नंबर ऑफ मशीन इंस्ट्रक्शन दैट ए कंप्यूटर कैन एग्जीक्यूट इन 1 सैकेंड। नाम तो ही चल रहा पता, पर सैकेंड मतलब एक सैकेंड विच कितनी एग्जीक्यूशन हो रही है एक मशीन इंस्ट्रक्शन है ना, किन्ने नंबर ऑफ मशीन इंस्ट्रक्शंस मतलब रफली है ना इदा एग्जीक्यूट कर रहे हैं। हाउएवर डिफरेंट इंस्ट्रक्शन रिक्वायर मोर एंड लेस टाइम दैन अदर। देयर इज़ नो स्टैंडर्ड मैथड मेयर MIPS। In addition, MIPS refer to only CPU speed, whereas real applications are generally limited by other factors such as input-output speed। मतलब कि ਆਪਾਂ CPU ਦੀ ਆਪਾਂ ਸਪੀਡ ਜਨਰਲੀ ਇਦਾਂ ਦੇਖਿਆ ਜਾਵੇ ਤੇ ਕਿਸ ਵਿੱਚ ਆਪਾਂ ਮੇਅਰ ਕਰਦੇ ਆ ਮਿਲੀਅਨ ਆਫ ਇੰਸਟਰਕਸ਼ਨ ਪਰ ਸੈਕਿੰਡ, ਕਿ ਮਤਲਬ ਇੱਕ ਸੈਕਿੰਡ ਵਿੱਚ ਕਿੰਨੀਆਂ ਇੰਸਟਰਕਸ਼ਨਸ ਐਗਜ਼ੀਕਿਊਟ ਹੋ ਰਹੀਆਂ ਨੇ, ਹੈ ਨਾ, ਰਫਲੀ। ठीक है, डिफरेंट टाइप दी इंस्ट्रक्शनस होंदियां ने, कईयां नूं टाइम ज़्यादा भी लग सकता है, कईयां नूं घट भी टाइम लग सकता है ना। कोई स्टैंडर्ड मैथड नहीं है लेकिन इसनूं मेयर करने का। ठीक है, तो कह सकते हैं कि जिहड़ी CPU की स्पीड है किस दे द्वारा करदी है मेयर MIPS के थ्रू। नैक्सट क्वेश्चन है ए डैश रिप्रजेंट अप्रोक्सीमेटली 1 बिलियन मैमरी लोकेशन। बहुत ईजी क्वेश्चन है, इसनों भी स्किप करना चाहती हाँ मैं वैसे, चलो 10 दिन हाँ, 3 क्वेश्चन हो जाएंगे फिर स्किप। सही आंसर है C ऑप्शन गीगाबाइट। ठीक है, अप्रोक्सीमेटली 1 बिलियन मैमरी लोकेशन कितनी है गीगाबाइट की। नैक्सट क्वेश्चन है विच ऑफ द फॉलोइंग स्टेटमेंट इज़ नॉट ट्रू अबाउट कैशे मैमरी। तुसी दसना कि कैशे मैमरी बारे केड़ी जी स्टेटमेंट की नहीं है, ट्रू नहीं है, तो की हो सकती है? यस, ए ऑप्शन इज द करेक्ट आंसर। कैशे मेमोरी इज ए फॉर्म ऑफ रीड ओनली मेमोरी। ठीक है, तो आ की है स्टेटमेंट ट्रू नहीं है, बाकी सब ट्रू ने। इट इज़ ए डायरेक्ट एसोसिएटेड विद माइक्रो प्रोसेसर। कैशे मेमोरी कैन बी एक्सेस मच फास्टर दैन माइक्रो प्रोसेसर इन कंपेरिजन टू रैम। कैशे मेमोरी इज समटाइम कॉल्ड CPU मेमोरी। ओके, तो आ सब तीनों की ने ट्रू ने, लेकिन आ जड़ी है ट्रू नहीं है।
स्टेटमेंट नूं ध्यान नाल पढ़ लेना, दैन आंसर देना है। नेक्स्ट क्वेश्चन है, विच ऑफ द फॉलोइंग वाज कंसीडर द वर्ल्ड्स फर्स्ट फुली ऑटोमेटिक डिजिटल कंप्यूटर। दसना है कि जिहड़ा साडा वर्ल्ड दा फर्स्ट फुली ऑटोमेटिक डिजिटल कंप्यूटर किहड़ा जिहा है ना। तो कुछ सीरीज दित्तियां होईयां ने, तो इसदा सही आंसर की है गाइस, दसो मैनूं कमेंट करके की हो सकता है। इज द करैक्ट आंसर सी, Z3 इज द करैक्ट आंसर, ऑटोमेटिक डिजिटल कंप्यूटर साडा। ठीक है, देख लो थोड़ी जी डिस्क्रिप्शन। Z3 was a German electromechanical computer designed by Konrad Zuse. It was the world's first working programmable fully automatic digital computer. Z3 was built in with 2600 relays implementing 22-bit word length, operated at a clock frequency of about 4 to 5 gigahertz. प्रोग्राम कोड वाज स्टोर ऑन दी पंच फिल्म। ਤੁਹਾਨੂੰ ਜਨਰਲੀ ਪਤਾ ਹੈ ਕਿ ਸਾਡਾ ਜਿਹੜਾ ਕੰਪਿਊਟਰ ਹੈ ਤੇ ਇਸ ਦੀ ਸਪੀਡ ਕਿੰਨੀ ਹੁੰਦੀ ਹੈ, ਮਤਲਬ ਕਿੰਨਾ, ਮਤਲਬ ਅਗਰ ਇੱਕ ਕੁਐਸਚਨ ਪੁੱਛਿਆ ਜਾਏ ਜਰਨਲ ਜਿਹਾ ਕਿ ਸਾਡਾ ਕੰਪਿਊਟਰ ਦੀ ਕਿੰਨੀ ਵੋਲਟੇਜ ਆ ਮਤਲਬ ਲੈਂਦਾ ਹੈ ਵਨ ਟਾਈਮ। ਠੀਕ ਹੈ, ਸਮਝ ਗਏ ਕੁਐਸਚਨ ਨੂੰ। ਠੀਕ ਹੈ, ਤੇ ਕਿੰਨਾ ਲੈਂਦਾ ਦੱਸੋ ਮੈਨੂੰ ਕਮੈਂਟ ਕਰਕੇ। ਸੈਕਿੰਡਲੀ ਜਿਹੜਾ Z3 ਹੈ ਸਾਡਾ ਕੀ ਹੈ, ਸੁਪਰ ਕੰਪਿਊਟਰ ਹੈ, ਇੱਕ ਤਰ੍ਹਾਂ ਦਾ डिजिटल सुपर कंप्यूटर है जिहड़ा की करता है, ऑटोमैटिक सीगा, फुली ऑटोमैटिक है ना। तो याद रखना एक जर्मन का इलैक्ट्रोमकैनिकल कंप्यूटर है, डिज़ाइन किया गया किने, कॉन ज्यूसिस ने। ठीक है, तो बिल्ट किहदे नाल होया सीगा 2600 रिलेस नाल। तो इस ते की इंप्लीमेंट किया सीगा 22 बिट्स वर्ड लेंथ, ऑपरेट करता किसनूं, क्लॉक की फ्रीक्वेंसी नूं 4 to 5 हैज़र्ड्स प्रोग्राम नूं। ठीक है, स्टोर करता किस विच, पंच फिल्म च। नेक्स्ट क्वेश्चन है, विच ऑफ द फॉलोइंग डिवाइस यूज द कंप्यूटर एज ए कंट्रोल सिस्टम फॉर फंक्शनिंग। 5 ऑप्शन दिते ने, सही आंसर देने की कोशिश करो। तो इसका सही आंसर है गाइस ऑल ऑफ द अबव। दैट मीन कि जिहड़ा साडा डिवाइस है कंप्यूटर, आपां किहड़े फंक्शन नूं कंट्रोल कर सकदा है, इंडस्ट्री रोबोट्स नूं भी, रिमोट कंट्रोल नूं भी, माइक्रोवेव ओवन नूं भी। ठीक है, देखो कंट्रोल सिस्टम मैनेज commands direct and regulates the behavior of the device of system using control loops. It can range from single home heating control using thermostat controlling domestic boilers to large industrial control system which are used to controlling process machine, industrial robot, remote control and microwave oven are say some device that is used to control system for functioning। जिवें तुहानूं पता ही है सब की ने, रोबोट भी साडे तो कंट्रोल सिस्टम नाल बनिया होया है, रिमोट कंट्रोल भी कह सकते हैं, माइक्रोवेव भी है ना। आपां इस विच की कंट्रोल करते हैं, किसी विच आपां रोबोट विच उसदी फंक्शनैलिटी नूं, रिमोट कंट्रोल विच उसदे की देखदे आ। ठीक है, कंट्रोल करदे लूप्स नूं, डायरैक्ट कमांड जिहड़ी दिंदे आ। दैन माइक्रोवेव विच आपां हीटिंग नूं कंट्रोल करदे आ, है ना। जिवें तुसीं माइक्रोवेव सब ने यूज़ किया होएगा, सैट कर दिंदे ने टाइमर विच, है ना। तो सब की ने कंट्रोल सिस्टम किसके द्वारा, कंप्यूटराइज सिस्टम भी बनया होया। नैक्सट क्वेश्चन है, विच ऑफ द फॉलोइंग आर पार्ट ऑफ द लॉजिकल ऑपरेशन ऑफ द कंप्यूटर। 5 ऑप्शन दिते हैं, सही आंसर देने की कोशिश करो। ग्रेटर दैन लॉजिकल तुहानूं पता ही है, लैस दैन, ग्रेटर दैन, लैस दैन, ग्रेटर दैन इक्वल टू, लैस दैन इक्वल टू। ठीक है, इक्वल टू, नॉट इक्वल टू। ठीक है, इदा नॉट इक्वल टू। ठीक है, तो सब के ने लॉजिकल साइन ने। लॉजिकल ऑपरेशन इज स्पेशल सिंबल और वर्ड दैट कनेक्ट टू 2 और मोर फेरेस इन्फॉर्मेशन। लॉजिकल आपां कंडीशन कदे यूज़ करते हैं, 2 या 2 तो ज़्यादा स्टेटमेंट्स नूं की करना होंदा है, कंपेयर करना होंदा है। इट इज़ द मोस्ट ऑफन यूज ए टेस्ट वैदर द सर्टन रिलेशनशिप बिटवीन फेरेस ट्रू एंड फॉल्स। लॉजिकल ऑपरेशन आर कंप्यूटर कंप्राइज ऑफ द ग्रेटर दैन एंड लेस दैन। ठीक है, आगे गल समझ। नैक्सट क्वेश्चन है, विच ऑफ द फॉलोइंग इज सीन एज द अर्लीस्ट मैकेनिकल एनालॉग कंप्यूटर। ठीक है, तो 3 तरह के क्वेश्चन पूछे गए ने अज, डिजिटल कंप्यूटर, सुपर कंप्यूटर, हुण पूछा गया एनालॉग कंप्यूटर, अर्लीस्ट मैकेनिकल। तो किहड़ा जो हो सकता है,
सी ऑप्शन इज़ द करैक्ट आंसर। प्लैनिस्फीयर, ठीक है। प्लैनिस्फीयर की हुंदा देखो, ए टेलीस्टिक वाज द अर्लीएस्ट मेमोरी device used to record and document numbers, quantities and even message. Statistics first appear the animal bones covered with the notes during the upper Paleolithic. Notable example of the ईशाना बॉन, ठीक है। ਤੇ ਆ ਜਿਹੜਾ ਸਾਡਾ ਐਨਾਲੌਗ ਕੰਪਿਊਟਰ ਕਿਹੜਾ ਸੀਗਾ, ਸੌਰੀ ਯਾਰ सी ऑप्शन आना सीगा, सॉरी सी बोल दिता मैं थानू। ए ऑप्शन इज़ दी करैक्ट आंसर, ठीक है। सम टाइम इज़ दी मिसटेक हो जाती है, कोई गल नहीं, लेकिन तुसी मैनू इदां दी मिसटेक हमेशा दसनियां ने, ठीक है। ए ऑप्शन इज़ दी करैक्ट आंसर। टेलीस्टिक, ठीक है। टेलीस्टिक की एक अर्लीएस्ट साडे तो मकैनिकल एनालॉग कंप्यूटर है जिहड़ा आपां यूज़ करते हैं, ठीक है। तो देख लो टेलीस्टिक वाज द अर्लीएस्ट, जिहड़ा बहुत पुराने टाइम पहले है ना, अर्लीएस्ट डिवाइस यूज टू रिकॉर्ड के लिए यूज़ करते हैं, रिकॉर्ड करने लिए है ना, किसी डॉक्यूमेंट्स, नंबर्स, क्वांटिटीज़, क्वांट का काम जो मैथमेटिक्स है ना, किन्नी तरह एनालॉग नाम तो पता चल रहा है एनालॉग ही है ना, समझ आ गया सारा। तो गाइस अज का जिहड़ा साडा सैशन है इत्थे ही कंप्लीट हुंदा है। काफ़ी ज़्यादा एक्सप्लेनेशन दिती हुई है, लेकिन तुसी की करना है, ਜਿਹੜੀ ਤੁਹਾਨੂੰ लगती है कि ਤੁਹਾਡੇ ਲਈ मतलब एक अंडरस्टैंडेबल है, ਉਹ ਲਾਈਨਸ ਤੁਸੀਂ ਆਪਣੇ ਹਿਸਾਬ ਨਾਲ ਪੜ੍ਹ ਲੈਣੀ है। ਤੁਹਾਡਾ PDF ਜਦੋਂ ਤੁਹਾਡੇ ਤੱਕ ਪਹੁੰਚ ਜਾਏਗਾ ਸ਼ੇਅਰ ਕਰ ਦੇਵਾਂਗੇ, ਠੀਕ ਹੈ। ਤੇ वन वर्ड क्वेश्चन ਵੱਧਾ ਕਹਿ ਸਕਦੇ ਹਾਂ, ਮਲਟੀ ਚੋਇਸ ਕੁਐਸਚਨ ਆਉਂਦੇ, ਲੇਕਿਨ ਤੁਹਾਡੇ ਲਈ ਐਕਸਪਲੇਨੇਸ਼ਨ ਇਸ ਲਈ ਦਿੱਤੀ ਜਾਂਦੀ ਹੈ ਤਾਂ ਕਿ ਤੁਸੀਂ ऑप्शन विन ਨੂੰ ਕੰਪੇਅਰ ਕਰ ਸਕੋ ਕਿ ਇਸ ਦਾ ਆਨਸਰ ਆ ਕਿਉਂ ਨਹੀਂ ਹੈ ਤੇ ਆ ਕਿਉਂ ਆਨਸਰ ਹੈ, ਆ ਕਿਉਂ ਨਹੀਂ ਹੈ, ਠੀਕ ਹੈ ਗਾइस। ਤੇ ਅੱਜ ਦਾ ਜਿਹੜਾ ਸਾਡਾ ਸੈਸ਼ਨ ਹੈ ਇੱਥੇ ਹੀ ਖਤਮ ਹੁੰਦਾ ਹੈ। ज़्यादा तो ज़्यादा शेयर कर दो, ज़्यादा तो ज़्यादा कमेंट करके दसो तुहानू सैशन किवें दे लग रहे ने। आने वाले जिन्ने भी एग्जाम ने उन्होंने बहुत ही बेनीफिशियल रहने वाले ने। हुण मिलांगे गाइस नेक्स्ट वाले वीडियो विच, ते कमेंट करके जरूर दसो जिन्ने भी साडे पेपर आने वाले ने उन्हां लई सैशन बहुत ही ज़्यादा मायने रखने वाला है, क्योंकि जिन्ने भी साडी तैयारी आपां हुण करके जावांगे इसदी ही बेनीफिट है, ठीक है। बुक्स विचों आपां जेकर पढ़ लैंदे हैं, एक ही लाइन दित्ती हुंदी है जां मतलब एक पर्टिकुलर क्वेश्चन दित्ता है विद एक्सप्लेनेशन, तुहानू बहुत घट है ना, सर्च करना पेगा, थोड़ा एफर्ट करना पेगा। मिल तो काफ़ी कुछ जाता है मटीरियल नैट तो अजकल, लेकिन मैं कोशिश करती हाँ कि तुहाडे लई एक बेनीफिशियल वीडियो लैके आवां हमेशा ही। अपने वालों एफर्ट करते, तुसीं भी इन्ना एफर्ट करना साडे लई कि ज़्यादा तो ज़्यादा की कर देना है, शेयर करना है, ठीक है। साडा एफर्ट रहेगा तुहाडे तक अच्छा अच्छा मटीरियल पहुँचाना, लेकिन तुहाडा भी एक एफर्ट होना चाहिए है कि तुसीं ज़्यादा तो ज़्यादा शेयर करना है, डेली शेयर करना है। ये नहीं कि अज दी वीडियो नहीं शेयर करता है तो कल नहीं किता जां अज है ना, डेली ही शेयर करना है। तो जिहड़े नवे स्टूडेंट जुड़े ने गाइस, सबसक्राइब कर लो चैनल नूं ताकि टाइम टू टाइम जिहड़ी अपडेट है तुहाडे तक पहुँच सके। जिन्नी भी अपडेट आती है लाइक नवें डिक्लेयर होंदियां ने पोस्टां उसदे रिलेटिड, ठीक है। जिन्नी भी साडे पंजाब स्टेट लैवल दे कह सकते हैं, जिन्नी भी पोस्टां डिक्लेयर होंदियां ने सेंटर लैवल दियां, तुहानू टाइम टू टाइम सारी अपडेट तुहाडे तक पहुँचाई जाएगी, ठीक है। दैन सैकेंडली मैं गल कहना चाहती हाँ कि जिवें तुहानू पता है साडी ऑनलाइन क्लासिस चल रही ने लाइव, मॉर्निंग चलती है जीके दी, मैम लै रहे हैं पंजाब जीके करंट अफेयर। 6 बजे साडी क्लास चलती है कंप्यूटर्स की, लास्ट रीजनिंग एंड मैथ की क्लास चलती है 8 बजे। हुण आपां कोशिश करनी है कि साडियां जिहड़ियां 3-4 जिहड़ी क्लासिस ने कंप्लीट, लेकिन आपां हुण इंग्लिश की क्लास स्टार्ट करन जा रहे हैं जल्दी तो जल्दी। जो तक इंग्लिश की क्लास नहीं होंदी स्टार्ट, तुसीं बेसिक अपना उन्हों तक अपना स्ट्रोंग कर लो, ठीक है। तो डेली ही अपना सैशन जिहड़े ने देखना स्टार्ट कर दो, तुहाडे लई बहुत बेनीफिशियल रहने वाले ने सारे सैशनस। सारी तैयारी जिहड़ी है डट के करनी है, क्योंकि कंप्यूटर के क्वेश्चन आने ने 10, बाकी क्वेश्चन आने ने तुहानू पता ही है 25 क्वेश्चन आने ने मैथ रीजनिंग दे। तुहानू ज़्यादा हार्डली तैयारी करनी पैनी है, बहुत ज़्यादा तैयारी करनी पैनी है, फिर इन्ना कंपीटीशन हो गया है। अजकल दे जिहड़े स्टूडेंट ने यूट्यूब भी फॉलो करते हैं, बुक्स भी देखते हैं, इंटरनेट मतलब इतने ज़्यादा इंटैलीजेंट कह सकते हैं, एक तरह के रोबोट टाइप ही कह सकते हैं कि है ना, उन्होंने इन्नी दिमाग की हो गई है कि कैपेसिटी इन्नी इंटैलीजेंसी बढ़ गई हुई है कि इन्ना ज़्यादा तैयारी करते हैं, इन्ने ज़्यादा कट ऑफ जा रही है
कि तुसी देख नहीं सकते है ना। तुहानूं पता ही है सब नूं कितना ज़्यादा कंपीटीशन चल रहा है ना। देखिया होएगा सारा रिजल्ट किद्दां दा आंदा, रिजल्ट किन्ना हाईएस्ट मतलब मार्क्स आंदे ने सब दे। ते तुसी भी कोशिश करनी है कि आपां भी पूरा एफर्ट लगा के अपने वालों पूरे ही मार्क्स लैने ने। आपां भी किसी तो घट नहीं है, आपां घर बैठे ही तैयारी कर लैनी है ना। कोई कोचिंग सेंटर ज्वाइन करन दी कोशिश नहीं करनी, मतलब जरूरत नहीं है। कोशिश की कर सकते हो, साडे वालों कोई वो नहीं है, लेकिन जरूरत नहीं है। आपां इत्थों ही तैयारी करनी है सारी, है ना। डेली खुद भी पढ़ना, सेल्फ स्टडी भी करनी है, यूट्यूब भी फॉलो करनियां ने, ठीक है। तो कोशिश करनी है ज़्यादा तो ज़्यादा पढ़ने की, ज़्यादा तो ज़्यादा आपां लाइव सैशन देखने हैं, अपने डाउट क्लीयर करने हैं। जिन्नियां वीडियो बनाई जा रही ने गाइस तुहाडे लिए ही बनाई जा रही ने, ठीक है गाइस। तो मिलते हैं हुण नैक्सट क्वेश्चन नाल नैक्सट वाली वीडियो विच। तद तक गुड ईवनिंग।